ਚੌਪਈ ਅੰਮ੍ਰਿਤ ਕਲਾ ਮੰਤਰ ਏਕਈਏ, ਮਹਾਗੋਪ ਵਡ ਭਾਗਨ ਲਈਏ। ਇਹ ਸੁਨ ਭਜਨ ਕਰਨੇ ਲਾਗੇ, ਸਰਬ ਦੇਵ ਤੀਰਥ ਜਸ ਪਾਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਨਾਲ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਗੁਰਦਾਸ ਜੀ ਕਾਂਸ਼ੀ ਵਿਖੇ ਉਪਦੇਸ਼ ਕਰ ਰਹੇ ਹਨ। ਪੰਡਤ ਅਤੇ ਬ੍ਰਾਹਮਣ ਜੋ ਆਏ ਨੇ, ਸੰਨਿਆਸੀ ਆਏ ਨੇ, ਵਾਹਿਗੁਰੂ ਮੰਤਰ ਦਾ ਉਚਾਰਨ ਕਿਉਂ ਕੀਤਾ, ਭਾਵ ਅਰਥ ਕੀ ਹੈ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਿਉਂ ਕੀਤੀ ਹੈ, ਕੀ ਲੋੜ ਪਈ ਸੀ, ਅਤੇ ਅੰਮ੍ਰਿਤ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਦਾ ਸਥਾਨ ਕਿਉਂ ਬਣਾਇਆ ਹੈ। ਵੇਦਾਂ ਸ਼ਾਸਤਰਾਂ ਦੇ ਰਾਹੀਂ ਸਾਨੂੰ ਪ੍ਰਮਾਣ ਦੇ ਕੇ ਸਿੱਧ ਕਰੋ, ਕਿਉਂਕਿ ਪੁਰਾਣਾ ਸਮਾਂ ਅੱਜ ਤੋਂ 500 ਸਾਲ ਪਹਿਲਾਂ ਜਦ ਗੁਰੂ ਨਾਨਕ ਦੇਵ ਜੀ ਨਾਲ ਸਿੱਧਾਂ ਦੀ ਚਰਚਾ ਹੋਈ ਸੀ, ਉਦੋਂ ਵੀ ਗੁਰਬਾਣੀ ਉੱਤੇ ਬੜਾ ਕਿੰਤੂ ਪ੍ਰੰਤੂ ਸਿੱਧਾਂ ਨੇ ਕੀਤਾ ਸੀ। ਮੂਲ ਮੰਤਰ ਬਾਰੇ ਬਹੁਤ ਸਾਰੇ ਸ਼ੰਕੇ ਤਾਂ ਮਹਾਰਾਜ ਨੇ ਨਿਵਰਤ ਕੀਤੇ ਸਨ। ਜਦੋਂ ਵੀ ਦੁਨੀਆ ਦੇ ਅੰਦਰ ਕੋਈ ਨਵਾਂ ਧਰਮ ਪ੍ਰਾਰੰਭ ਹੁੰਦਾ ਹੈ ਤਾਂ ਸਾਰਿਆਂ ਦੇ ਮਨਾਂ ਅੰਦਰ ਸ਼ੰਕਾ ਆਉਂਦਾ ਹੈ। ਸੋ ਇਸ ਸ਼ੰਕੇ ਦੀ ਨਿਵਰਤੀ ਭਾਈ ਸਾਹਿਬ ਜੀ ਨੇ ਬੜੇ ਸੋਹਣੇ ਢੰਗ ਨਾਲ ਕੀਤੀ ਹੈ। ਭਈ ਇੱਥੇ ਤਾਂ ਸਾਰੇ ਹੀ ਇਸ਼ਨਾਨ ਕਰਨ ਆਉਂਦੇ ਨੇ, ਇਹ ਤੀਰਥਾਂ ਦਾ ਰਾਜਾ ਰੂਪ ਤੀਰਥ ਹੈ, ਇਹ ਤਾਂ ਕੋਈ ਅੱਜ ਦਾ ਨਹੀਂ ਹੈ, ਇਹ ਤਾਂ ਪਰਮੇਸ਼ਰ ਦਾ ਆਪਣਾ ਨਾਮ ਰੂਪ ਤੀਰਥ ਹੈ। ਸੋ ਇਸ ਤੀਰਥ ਨੂੰ ਤਾਂ ਬਣਿਆ ਅਕਾਲ ਪੁਰਖ ਦੀ ਕਿਰਪਾ ਨਾਲ ਬੜਾ ਸਮਾਂ ਹੈ। ਸਤਿਯੁਗ ਤੋਂ ਲੈ ਕੇ ਬਚਨ ਚਲੇ ਆ ਰਹੇ ਨੇ। ਸਤਿਯੁਗ ਦੇ ਵਿੱਚ ਇਹ ਬਚਨ ਹੋਏ ਸਨ ਅਤੇ ਬਚਨ ਕੀਤਾ ਸੀ ਕਿ ਕਲਯੁਗ ਦੇ ਜਦੋਂ ਚੌਥੇ ਸਰੂਪ 'ਚ ਆਵਾਂਗੇ ਤਾਂ ਇਹਨੂੰ ਪ੍ਰਗਟ ਕਰਾਂਗੇ। ਜਦੋਂ ਇਹਦੀ ਮਹਿਮਾ ਉਚਾਰਨ ਕੀਤੀ ਤਾਂ ਉਸ ਵਕਤ ਦੇਵਤਿਆਂ ਨੇ ਬੇਨਤੀ ਕੀਤੀ ਕਿ ਸਾਨੂੰ ਕਿਰਪਾ ਕਰਕੇ ਦੱਸੋ, ਜਦੋਂ ਇਹਦੇ 'ਚ ਇਸ਼ਨਾਨ ਕਰੀਏ ਉਦੋਂ ਕਿਹੜਾ ਮੰਤਰ ਉਚਾਰਨ ਕਰੀਏ, ਜਿਸ ਕਰਕੇ ਸਾਡਾ ਵੀ ਕਲਿਆਣ ਹੋਵੇ, ਭਲਾ ਹੋਵੇ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਭਾਈ ਗੁਰਦਾਸ ਜੀ ਨੇ ਸੰਸਕ੍ਰਿਤ ਦੇ ਦੁਆਰਾ ਸੋਹਣੇ ਮੰਤਰ ਨੂੰ ਉਚਾਰਨ ਕਰਕੇ ਉਹਨਾਂ ਦੀ ਸਿੱਖਿਆ ਵਾਸਤੇ ਹੈ। ਇਹ ਆਪਣੇ ਲਈ ਤਾਂ ਜਿਹੜੇ ਸ਼ਬਦ ਉਚਾਰਨ ਕੀਤੇ ਨੇ ਕੀਤੇ ਹੀ ਨੇ, ਪਰ ਜੋ ਵਿਸ਼ਨੂੰ ਜੀ ਨੇ ਦੇਵਤਿਆਂ ਨੂੰ ਮੰਤਰ ਦੇ ਦਿੱਤਾ ਕਿ ਇੱਥੇ ਇਸ਼ਨਾਨ ਕਰਨਾ, ਕਿਉਂ ਹੁਣ ਸਾਡੇ ਭਾਈ ਸੀਨੀਅਰ ਆ ਗਏ ਨੇ। ਕੌਣ? ਅਕਾਲ ਪੁਰਖ ਵਾਹਿਗੁਰੂ ਮਾਲਕ। ਠੀਕ ਹੈ, ਜਿੰਨਾ ਚਿਰ ਤੱਕ ਅਸੀਂ ਆਏ ਅਸੀਂ 68 ਤੀਰਥ ਵੀ ਬਣਾਏ, ਵੇਦ ਬਣਾਏ, ਸ਼ਾਸਤਰ ਬਣਾਏ, ਅਸੀਂ ਬਹੁਤ ਕੁਝ ਬਣਾਇਆ ਹੈ। ਪਰ ਹੁਣ ਜਿਹੜੇ ਸਾਡੇ ਵੱਡੇ ਨੇ, ਜਿਨ੍ਹਾਂ ਨੇ ਸਾਨੂੰ ਬਣਾਇਆ ਹੈ, 3 ਚੇਲੇ ਪ੍ਰਵਾਨ ਹਾਂ ਅਸੀਂ, ਉਹ ਵੇਖਿਆ ਉਹਨਾਂ ਨਦਰ ਨਾ ਆਵੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੇ ਸਾਨੂੰ ਰਚਿਆ ਹੈ। ਭਾਈ ਹੁਣ ਉਹਨਾਂ ਨੇ ਆਪ ਅਵਤਾਰ ਧਾਰਨਾ ਹੈ, ਉਹਨਾਂ ਨੇ ਸਭ ਕੁਝ ਆਪ ਬਣਾਉਣਾ ਹੈ। ਇਸ ਕਰਕੇ ਇਹ ਤੀਰਥ ਦੀ ਮਹਾਨਤਾ ਹੈ, ਉਹਨਾਂ ਦਾ ਆਪਣਾ ਤੀਰਥ ਹੈ। ਇਸ ਕਰਕੇ ਇਸ ਤੀਰਥ ਦੀ ਮਹਾਨਤਾ ਦੱਸੀ ਹੈ ਇੱਥੇ, ਵੀ ਇੱਥੇ ਤਾਂ ਭਾਈ ਸਾਰੇ ਇਸ਼ਨਾਨ ਕਰਦੇ ਨੇ, ਕੋਈ ਨਹੀਂ ਐਸਾ ਜਿਹੜਾ ਨਾ ਇਸ਼ਨਾਨ ਕਰੇ। ਇੱਥੇ ਪਵਿੱਤਰ ਹੋਣ ਵਾਸਤੇ ਸਾਰੀਆਂ ਰੂਹਾਂ, ਸਾਰੇ ਦੇਵਤੇ, ਧਰਤੀ ਦੇ ਸਾਰੇ ਜੀਅ ਜੰਤ ਇਸ਼ਨਾਨ ਕਰਕੇ ਪਵਿੱਤਰ ਹੁੰਦੇ ਨੇ। ਸੋ ਜਿਹੜਾ ਮੰਤਰ ਉਚਾਰਨ ਕੀਤਾ ਹੈ, ਆਓ ਉਹਨਾਂ ਪ੍ਰਤੀ ਹੈ, ਉਹਨਾਂ ਨੂੰ ਦੱਸਿਆ ਹੈ। ਸੋ ਇਸ ਪ੍ਰਕਾਰ ਜੋ ਬਚਨ ਕਰਦੇ ਨੇ, ਸ਼ਰਵਣ ਕਰਦੇ ਹਾਂ।
आओ पहला आपां गुर मंत्र उच्चारण कर लईए सारे जाने। रसना नूं कहो पवित्र गज के आखो सतनाम श्री वाहिगुरु साहिब जीओ। सतनाम श्री वाहिगुरु साहिब जीओ। चौपई बियास भविखत कथा बखाने अस सुर वर्ग सो सत कर माने। ये चीज़ां तां कहंदे व्यास जी ने भविखत पुराण च पहलां ही लिख होईयां। ये किते अज दीयां गल्लां नहीं पई। जे तुसीं नहीं पढ़े तो यदा भाव ये नहीं कि किसी नूं भी नहीं पता इस गल दा। ये तां पहलां ही व्यास जी ने सब कुछ लिख दिता। तब बोले बिबान गत सारे मज्जन मंत्र सुकौन उचारे। बिबान दे उत्ते चढ़े हुए देवते बिबान की सवारी करन वाले कहन लगे विष्णु जी नूं महाराज हुण आप दा हुक्म हो गया सानूं बई इत्थे इशनान करना है भाई। कलयुग दे विच होर किसी तीर्थ विच हुण इन्नी शक्ति नहीं रही। हुण तां ये अमृत नाम तीर्थ राज जिहड़ा अमृतसर सरोवर है ਇਹਦੇ ਵਿੱਚ ही सारी शक्ति है बस। क्योंकि नाम का तीर्थ है भाई। इस देवते कहन लगे सानू फिर मंत्र दसो। तब कमलेश हरक वै दयाला। उस वक्त जो कमलेश तो भाव विष्णु जी बहुत खुश हो के बोले बचन कहो सुनो सब भूसुर साला। सारे जिहड़े धरती दे उत्ते आए हुए श्रेष्ठ देवता जनों सुनो। याशी उचार उदक भुक वारे। तो ये जिहड़ा सारिਆਂ नालों श्रेष्ठ मंत्र है ना ये तुहानू उच्चारण करके दसदे जिहड़ा छिनक मात्र विच भला करेगा तुहाडा। तीर्थ राज देत फल चारे। ये जिहड़ा तीर्थ राज है चारे फल देण नू समर्थ है जो महान शक्ति वाला है। औंग अमृतो दबवाए अमृत रूपाए तीर्थ राज आए नमो नम। कहते उदों इस शब्द का जाप करना है। ओम तो भाव जो वाहिगुरु अकाल पुरख है जिन्हें इस तीर्थ नूं प्रगट किया है जिहड़ा अमृत रूप है तीर्थां दा राजा रूप तीर्थ है। इनू नमस्कार है नमस्कार है इउं कही जाओ अते सारे जने इशनान करी जाओ। इसे दे विच सारियां दा भला होवेगा। जो पई अमृत कला मंत्र एक कहिए। ये मंत्र जिहड़ा अमृत शक्ति वाला मंत्र है इत्थे पढ़न दे नाल जीव नूं बहुत भारी जो शक्ति भी प्राप्त हुंदी है। पाप नाश हुंदे ने पदार्थ मिलते ने पढ़न दे नाल ही बहुत कुछ। असल गल सारी अभ्यास उत्ते खड़ी है। अभ्यास विच अपने कमी आ गई है। अभ्यासियों की कमी हो गई है। इउं कहण वालियां दी ज़्यादा कमी हो गई बई एक बार पढ़ लिया थोड़ा किते बार बार क्यों पढ़ना है। बई बार बार पढ़ना पैंदा जब तक पूर्ण रूप विच असर नहीं हो जाता उदों तक बार बार। ताइयों महाराज ने कहा ना कि एक बार नहीं। इत्थे तो महाराज कहते जिन्नी नाम ध्याया गए मसक्कत घाल करड़ी घाल कमाई जिन्हों ने की है सारी सारी रात बह के सिमरन किया है। इउं अभ्यास करके ही कुछ मिलता है। महागोप वड भागन लईए। महागुप्त है ये वड्डियां भागां वाले हो बड़ा गुप्त रूप विच है सारा कुछ। ये तुहानू जो प्राप्त दिता है। ये सुन मज्जन करने लागे। ये वचन सुन के वो मंत्र नू उच्चारण करते ने अते मंत्र का उच्चारण करदियां होइयां इशनान करन लगे। सर्व देव तीरथ जस पागे। सारे जिन्ने देवते सी वो तीर्थ दे विच आ करके इशनान करके जो नाम रंग विच रंगे गए। कमलादक विद शिव संग बामा। हुण इत्थे ब्रह्मा विष्णु महेश तिन्ने इन्हां तिन्नां दियां पत्नियां जिहड़ियां लक्ष्मी है फिर पार्वती है सरस्वती है
ਇਹ ਹੁਣ ਵੱਡਾ ਤੀਰਥ ਹੋਣ ਕਰਕੇ, ਅਕਾਲ ਪੁਰਖ ਦਾ ਆਪਣਾ ਤੀਰਥ ਹੋਣ ਕਰਕੇ ਦੇਵਤੇ ਆਪਣੀਆਂ ਦੇਵੀਆਂ ਸਮੇਤ ਇੱਥੇ ਸਭਨਾਂ ਨੇ ਆ ਕੇ ਇਸ਼ਨਾਨ ਕੀਤਾ। ਕਿਉਂਕਿ ਸੋ ਮਹਾਰਾਜ ਜਿਵੇਂ ਬਚਨ ਕਰਦੇ ਨੇ, ਗੰਗਾ ਜਮਨਾ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਪਹਿਲਾਂ ਤਾਂ ਇਹ ਬੁਲਾਉਂਦੇ ਸੀ ਦੇਵਤੇ ਜਾਂ ਤੀਰਥ ਕੋਈ ਸਾਧੂ ਚਰਨ ਪਾਓ, ਸਾਡੇ ਵਿੱਚ ਜਿਹੜੇ ਭਾਰ ਪਿਆ ਜਿੰਨਾ ਪਵਿੱਤਰ ਹੋ ਜਾਈਏ, ਅਸੀਂ ਵੀ ਕਾਲਖ ਤੋਂ ਰਹਿਤ ਹੋ ਜਾਈਏ, ਲੋਕ ਸਾਡੇ 'ਚ ਗੁਨਾਹ ਪਾਪ ਲਾ ਜਾਂਦੇ ਨੇ। ਪਰ ਹੁਣ ਦੇਖੋ ਐਸਾ ਤੀਰਥ ਬਣਾਤਾ ਮਹਾਰਾਜ ਨੇ ਬਈ ਜਿੰਨਾ ਤੁਸੀਂ ਪਾਪ ਇਕੱਠਾ ਕਰਦੇ ਹੋ ਦੁਨੀਆ ਦਾ, ਸਾਰੇ ਇੱਥੇ ਇਸ਼ਨਾਨ ਕਰ ਜਿਆ ਕਰੋ। ਇਹ ਪੰਗਤੀ ਤਿੰਨਾਂ ਲੋਕਾਂ ਵਾਸਤੇ ਹੀ ਹੈ, ਮਨੁੱਖਾਂ ਵਾਸਤੇ, ਦੇਵਤਿਆਂ ਵਾਸਤੇ। ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਉਹਦੇ ਲਈ ਬਚਨ ਸਿੱਧਾ ਹੀ ਹੈ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਕੱਲੇ ਬੰਦਿਆਂ ਦੇ ਨਹੀਂ, ਤੀਰਥ ਵੀ ਜੇ ਨਹਾਵੇਗਾ ਆ ਕੇ ਇੱਥੇ, ਤੀਰਥ ਦਾ ਪਾਪ ਵੀ ਉਤਰ ਜਾਵੇਗਾ। ਸਭ ਅੰਮ੍ਰਿਤਮਈ ਭਏ ਸੁਦਾਮਾ। ਉਹ ਜਿਹੜਾ ਸੁਦਾ ਸਰੋਵਰ ਦੇ ਵਿੱਚ ਕੀ ਬਣ ਗਿਆ, ਅੱਜ ਤਾਂ ਨਵਾਂ ਹੀ ਕੌਤਕ ਹੋ ਗਿਆ। ਜਦ ਸਰੋਵਰ ਵਿੱਚ ਪ੍ਰਵੇਸ਼ ਕੀਤਾ ਇਹਨਾਂ ਨੇ, ਉਹ ਅੰਮ੍ਰਿਤ ਰੂਪ ਬਣ ਗਏ ਸਾਰੇ ਦੇਵਤੇ ਇੱਕਦਮ, ਕਿਉਂਕਿ ਇੰਨੀ ਉਹਨਾਂ ਦੇ ਵਿੱਚ ਪਵਿੱਤਰਤਾ ਹੋਣ ਕਰਕੇ ਅੰਮ੍ਰਿਤ ਰੂਪ ਹੀ ਹੋ ਗਏ। ਨਿਰਖ ਮਾਧਵੀ ਬਿਸਮੈ ਭਇਓ। ਮਾਧਵੀ ਰਿਸ਼ੀ ਦੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਇਹ ਦੇਵਤੇ ਸਾਰੇ ਕਿੱਧਰ ਅਲੋਪ ਹੋ ਗਏ ਹਨ। ਕਯੋ ਧੂਰ ਅਮਰਾ ਕਿਤ ਗਇਓ। ਇਹ ਦੇਵਤੇ ਜਿਹੜੇ ਸੀ ਸਾਰੇ ਇਹ ਕਿੱਧਰ ਨੂੰ ਚਲੇ ਗਏ ਮਹਾਰਾਜ, ਇਹ ਤਾਂ ਨਜ਼ਰ ਨਹੀਂ ਆਉਂਦੇ। ਕੀ ਪ੍ਰਭ ਬੋਰ ਸਮੋਦਨ ਕੀਨਾ। ਫਿਰ ਵਿਸ਼ਨੂੰ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ। ਇਹ ਤੀਰਥਮਈ ਭਏ ਪਰਬੀਨਾ। ਇਹ ਤੀਰਥ ਰੂਪ ਹੋ ਗਏ ਨੇ, ਵਿੱਚ ਹੀ ਸਮਾ ਗਏ ਹਨ। ਇਹ ਚੀਜ਼ਾਂ ਧਰਤੀ ਦੇ ਜੀਵਾਂ ਦੀਆਂ ਨਹੀਂ ਹੈਗੀਆਂ, ਇਹ ਅਮਰੀ ਲੋਕਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਜਦ ਇੱਕ ਵਾਰ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਵੱਲ ਚੱਲੇ ਏਮਨਾਬਾਦ ਨੂੰ, ਤਾਂ ਇੱਥੇ ਠਹਿਰੇ ਸੀ ਹਰਿਮੰਦਰ ਸਾਹਿਬ ਵਾਲੀ ਧਰਤੀ ਤੇ। ਤਾਂ ਉਸ ਵਕਤ ਕੀਰਤਨ ਕਰਨ ਲੱਗ ਪਏ ਭਾਈ ਮਰਦਾਨਾ, ਨੇਤਰ ਬੰਦ ਕਰਕੇ ਭਾਈ ਬਾਲਾ। ਕੀਰਤਨ ਕਰਦਿਆਂ ਕਰਦਿਆਂ ਜਦ ਮਰਦਾਨੇ ਦੀ ਅੱਖ ਖੁੱਲੀ, ਦੇਖਦਾ ਬਈ ਕਿੰਨੇ ਗਲ ਗਲ ਪਾਣੀ ਵਿੱਚ ਬੈਠਾ ਮੈਂ, ਤਾਂ ਇਹ ਕੀ ਹੋ ਗਿਆ, ਚਾਰੇ ਪਾਸੇ ਪਾਣੀ 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 ਹੋਇਆ ਪਿਆ, ਤੇ ਗੁਰੂ ਨਾਨਕ ਦੇਵ ਜੀ ਉੱਥੇ ਹੈ ਨਹੀਂ। ਭਾਈ ਮਰਦਾਨਾ ਬੜਾ ਫਿਕਰਾਂ 'ਚ ਪਿਆ ਵੀ ਮਹਾਰਾਜ ਕਿੱਧਰ ਚਲੇ ਗਏ, ਇੱਥੇ ਪਾਣੀ ਹੋ ਗਿਆ ਇਹ ਤਾਂ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਅਰਦਾਸ ਕੀਤੀ, ਹੈ ਮਹਾਰਾਜ ਕਿਰਪਾ ਕਰਕੇ ਦਰਸ਼ਨ ਬਖਸ਼ੋ, ਗੁਰੂ ਨਾਨਕ ਦੇਵ ਜੀ ਉਸੇ ਜਲ ਵਿੱਚੋਂ ਹੀ ਫੇਰ ਉਸੇ ਰੂਪ 'ਚ ਆ ਗਏ। ਕਹਿੰਦੇ ਭਾਈ ਮਰਦਾਨਾ ਕੀ ਗੱਲ ਯਾਦ ਕਰਨ ਲੱਗ ਪਿਆ? ਕਹਿੰਦੇ ਮਹਾਰਾਜ ਮੈਂ ਤਾਂ ਘਬਰਾ ਗਿਆ, ਤੁਸੀਂ ਕਿੱਧਰ ਚਲੇ ਗਏ ਸੀ? ਮਹਾਰਾਜ ਕਹਿੰਦੇ ਭਾਈ ਧੁਰਕੀ ਬਾਣੀ ਸੁਣਦਿਆਂ ਸੁਣਦਿਆਂ ਅਸੀਂ ਖੁਦੇ ਅੰਮ੍ਰਿਤ ਬਣ ਗਏ ਸੀ, ਅੰਮ੍ਰਿਤ ਰੂਪ ਹੋ ਕੇ ਅਸੀਂ ਐਵੇਂ ਵਿਆਪਕ ਹੋ ਗਏ ਸੀ। ਇਹ ਸਾਰਾ ਸਰੂਪ ਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤਮਈ ਹੋ ਗਿਆ ਜਦ। ਕਹਿੰਦੇ ਫਿਰ ਮਹਾਰਾਜ ਇਹ ਜਿਹੜਾ ਹੁਣ ਅੰਮ੍ਰਿਤ ਜਲ ਇੱਥੇ ਖੜਾ ਹੋ ਗਿਆ, ਕਹਿੰਦੇ ਭਾਈ ਇਹ ਹੁਣ ਤਾਂ ਧਰਤੀ ਵਿੱਚ ਸਮਾ ਜਾਵੇਗਾ। ਜਦੋਂ ਅਸੀਂ ਚੌਥੇ ਰੂਪ ਵਿੱਚ ਆ ਕੇ ਅੰਮ੍ਰਿਤ ਸਰੋਵਰ ਪ੍ਰਗਟ ਕਰਾਂਗੇ, ਉਦੋਂ ਇਹ ਅੰਮ੍ਰਿਤ ਫਿਰ ਇੱਥੇ ਹੀ ਪ੍ਰਗਟ ਹੋ ਜਾਵੇਗਾ। ਇਸ ਕਰਕੇ ਇਹ ਬੜਾ ਪਾਵਨ ਪਵਿੱਤਰ ਸਥਾਨ, ਜਿੱਥੇ ਪਹਿਲੇ ਪਾਤਸ਼ਾਹ ਨੇ ਵੀ ਇੱਥੇ ਚਰਨ ਪਾਏ ਹੋਏ ਨੇ, ਇਸ ਸਥਾਨ ਤੇ ਜਦ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ, ਮਹਾਰਾਜ ਕਹਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਪੁਰਖਾ ਹੁਣ ਨਹੀਂ ਆਉਣਾ ਮੈਨੂੰ ਮਿਲਣ, ਹੁਣ ਅਸੀਂ ਤੁਹਾਨੂੰ ਮਿਲਣ ਆਇਆ ਕਰਾਂਗੇ। ਜਾਂ ਫਿਰ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਜਾਂਦੇ ਹੁੰਦੇ ਮਿਲਣ ਖਡੂਰ ਸਾਹਿਬ, ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਛੱਡਣ ਵਾਸਤੇ ਆਉਂਦੇ, ਗੱਲਾਂ ਕਰਦੇ 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 ਰਾਹ ਵਿੱਚ ਪਤਾ ਹੀ ਨਹੀਂ ਸੀ ਲੱਗਦਾ। ਇਹ ਹਰਿਮੰਦਰ ਸਾਹਿਬ ਵਾਲੀ ਧਰਤੀ ਤੇ ਦੋਵੇਂ ਸਰੂਪ ਆ ਕੇ ਘੰਟਿਆਂ ਬੱਧੀ ਫਿਰ ਬਚਨ ਕਰੀ ਜਾਂਦੇ ਸੀ। ਇਸ ਤਰੀਕੇ ਦੇ ਨਾਲ ਇਸ ਸਥਾਨ ਤੇ ਤੀਜੇ ਪਾਤਸ਼ਾਹ ਨੇ ਵੀ ਚਰਨ ਪਾਏ ਨੇ ਗੁਪਤ ਰੂਪ ਵਿੱਚ। ਜਦ ਛਿਆਟਾ ਸਾਹਿਬ ਤੋਂ ਮਹਾਰਾਜ ਦਾ ਪਿੰਡ ਸੀ ਨਾ ਇੱਧਰ, ਤੇ ਇਸ ਕਰਕੇ ਛਿਆਟਾ ਸਾਹਿਬ ਤੋਂ ਪਰਲੇ ਪਾਸੇ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਸਰ ਕੇ ਨਗਰ ਤੋਂ ਆਉਂਦੇ ਹੁੰਦੇ
ਇਹ ਥਾਂ ਤੇ ਜ਼ਰੂਰ ਰੋਕ ਕੇ ਮੱਥਾ ਟੇਕ ਕੇ ਜਾਣਾ। ਕਿਸੇ ਨੂੰ ਇਹ ਪਤਾ ਨਹੀਂ ਸੀ ਲੱਗਦਾ ਇਹ ਥਾਂ ਕੀ ਹੈ। ਮੁੜ ਕੇ ਚੌਥੇ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ, ਫਿਰ ਪੰਜਵੇਂ ਛੇਵੇਂ ਪਾਤਸ਼ਾਹ, ਸੱਤਵੇਂ ਅੱਠਵੇਂ ਨੌਵੇਂ ਪਾਤਸ਼ਾਹ ਦਰਸ਼ਨ ਬਖਸ਼ੇ। ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ। ਇਸ ਤਰੀਕੇ ਦੇ ਨਾਲ ਜਦ ਸਿੰਘਾਂ ਨੇ ਦਸਵੇਂ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਕਹਿਣਾ, ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਚੱਲੀਏ। ਮਹਾਰਾਜ ਕਹਿੰਦੇ ਭਾਈ ਹਲੇ ਬਿਆਸ ਪਾਰ ਕਰਨ ਦਾ ਹੁਕਮ ਨਹੀਂ ਸਾਨੂੰ, ਆਵਾਂਗੇ ਜ਼ਰੂਰ, ਜਾਵਾਂਗੇ ਜ਼ਰੂਰ, ਜਦੋਂ ਹੁਕਮ ਹੋਵੇਗਾ ਸਮਾਂ ਪਾ ਕੇ ਅਸੀਂ ਵੀ ਇੱਥੇ ਦਰਸ਼ਨ ਕਰਨ ਵਾਸਤੇ ਆਵਾਂਗੇ। ਤਬ ਫਿਰ ਮੁਨੀ ਪੁੱਟ ਅੰਜਲ ਜੋਰੇ, ਕਹੋ ਭਵਿੱਖਤ ਕਥਾ ਬਉਰੇ। ਉਸ ਵਕਤ ਮੁਨੀ ਨੇ ਆਪਣੇ ਦੋਵੇਂ ਹੱਥ ਜੋੜ ਕੇ ਅੰਮ੍ਰਿਤ ਦੇ ਡੂਨਿਆਂ ਵਾਂਗੂ ਇਉਂ ਬੇਨਤੀ ਕੀਤੀ। ਮਹਾਰਾਜ ਵਿਸ਼ਨੂੰ ਜੀ ਨੂੰ ਕਹਿਣ ਲੱਗੇ ਫਿਰ ਭਵਿੱਖਤ ਦੀ ਕਥਾ ਦੱਸੋ, ਆਉਣ ਵਾਲੇ ਸਮੇਂ ਵਿੱਚ ਇਸ ਸਥਾਨ ਦੀ ਕਿੰਨੀ ਮਹਾਨਤਾ ਹੋਵੇਗੀ। ਜਿਮ ਕਰੋ ਜੁਗ ਆਗਲ ਮਾਏ, ਸੋ ਬਰਨੋ ਪ੍ਰਭ ਸਭ ਮੋਹ ਪਾਏ। ਮਹਾਰਾਜ ਜਿਵੇਂ ਅਗਲੇ ਯੁੱਗਾਂ ਦੇ ਵਿੱਚ ਕੌਤਕ ਕਰੋਗੇ, ਕਿਰਪਾ ਕਰਕੇ ਉਹ ਕੌਤਕ ਵੀ ਦੱਸ ਦਿਓ ਸਾਨੂੰ। ਤਬ ਤਿਰਲੋਕਪਤੀ ਬਚਨ ਬਖਾਨੇ, ਉਸ ਵਕਤ ਇਹ ਤਿੰਨਾਂ ਲੋਕਾਂ ਦੇ ਮਾਲਕ ਅਕਾਲ ਪੁਰਖ ਦੇ ਬਚਨ ਵਿਸ਼ਨੂੰ ਜੀ ਨੇ ਕਹੇ। ਉਹਨੇ ਉਪਕਾਰ ਹੇਤ ਮਨ ਮਾਨੇ, ਫਿਰ ਪਰਉਪਕਾਰ ਵਾਸਤੇ ਜਦੋਂ ਮਨ ਮੰਨਿਆ ਸਾਡਾ। ਤ੍ਰੇਤਾ ਮਾਏ ਹੋਏ ਹਮ ਰਾਮਾ, ਲਵ ਕੁਸ਼ ਸਹਿਤ ਆਏ ਇਸ ਧਾਮਾ। ਉਹ ਤ੍ਰੇਤੇ ਵਿੱਚ ਸਾਡਾ ਵਿਸ਼ਨੂੰ ਜੀ ਕਹਿੰਦੇ ਅਕਾਲ ਪੁਰਖ ਦੇ ਹੁਕਮ ਨਾਲ ਸਾਡਾ ਅਵਤਾਰ ਹੋਵੇਗਾ। ਉਦੋਂ ਅਸੀਂ ਰਾਮਚੰਦਰ ਰੂਪ ਹੋ ਕੇ ਲਹੂ ਕੁਸ਼ੂ ਨੂੰ ਨਾਲ ਲੈ ਕੇ ਇਸ ਸਥਾਨ ਦੇ ਉੱਤੇ ਪਹੁੰਚਾਂਗੇ। ਸੂਰ ਸਮੂਹ ਸਮਝਨ ਕਰੈ, ਸਾਰੇ ਸੂਰਮਿਆਂ ਸਮੇਤ ਇਸ ਸਥਾਨ ਤੇ ਆ ਕੇ ਉਦੋਂ ਵੀ ਇਸ਼ਨਾਨ ਕਰਾਂਗੇ। ਪਹਿਲਾਂ ਹੀ ਸਰੋਵਰ ਹੈ, ਕਿਉਂਕਿ ਕਦੇ ਸਮਾਂ ਪੈਣ ਨਾਲ ਕਿਸੇ ਚੀਜ਼ ਦੀ ਸੰਭਾਲ ਨਹੀਂ ਹੁੰਦੀ, ਉਹ ਵਿੱਚ ਦਬ ਜਾਂਦੀ ਹੈ, ਫਿਰ ਪ੍ਰਗਟ ਹੋ ਜਾਂਦੀ ਹੈ, ਫਿਰ ਦਬ ਜਾਂਦੀ ਹੈ। ਇਹ ਤਾਂ ਹੁਣ ਮਹਾਰਾਜ ਜੀ ਨੇ ਪੱਕੇ ਤੌਰ ਤੇ ਥਾਂ ਨੂੰ ਪ੍ਰਗਟ ਕਰ ਦਿੱਤਾ ਹੈ। ਤੀਰਥ ਰਾਜ ਪੂਜ ਪਰਚੁਰ ਹੈ, ਇਹ ਜਿਹੜਾ ਤੀਰਥਾਂ ਦਾ ਰਾਜਾ ਰੂਪ ਤੀਰਥ ਹੈ, ਇਹਦਾ ਪ੍ਰਚਾਰ ਕਰਾਂਗੇ ਸਾਰੇ ਕਿਤੇ। ਭਈ ਇੱਥੇ ਆ ਕੇ ਜਿਹੜਾ ਵੀ ਨਹਾਵੇਗਾ ਉਹਦੀਆਂ ਕੋਲਾਂ ਹੀ ਤਰ ਜਿਆ ਕਰਨਗੀਆਂ। ਜਗ ਕਰਾਂਗੇ ਪੱਛਮ ਅੰਗਾ, ਪੱਛਮ ਦਿਸ਼ਾ ਵਾਲੇ ਪਾਸੇ ਅਸੀਂ ਇੱਥੇ ਆ ਕੇ ਬੜਾ ਭਾਰੀ ਫਿਰ ਜੱਗ ਕਰਾਂਗੇ। ਤੀਨ ਲੋਕ ਸੈਨਾ ਸਭ ਸੰਗਾ, ਤਿੰਨਾਂ ਲੋਕਾਂ ਦੀ ਸੈਨਾ ਦੇ ਸਮੇਤ ਆ ਕਰਕੇ। ਤਬ ਮਮ ਸੋਨ ਜਾਨ ਮਮ ਪਿਆਰਾ, ਬਾਂਧेंगे ਦਵੈਪੁਰੀ ਅਗਾਰਾ। ਤਾਂ ਮੇਰੇ ਪੁੱਤਰ ਫਿਰ ਜਾਣਨਗੇ ਕਿ ਇਹ ਥਾਂ ਬੜਾ ਪਿਆਰਾ ਹੈ। ਉਹ ਲਹੂ ਤੇ ਕੁਸ਼ੂ ਲਾਹੌਰ ਤੇ ਕਸੂਰ ਸ਼ਹਿਰ ਅੱਗੇ ਜਾ ਕਰਕੇ ਬੰਨਣਗੇ। ਫਿਰ ਬਹੁਤ ਭਾਂਤ ਲੀਲਾ ਤਬ ਕਹਿ, ਸਿੰਧ ਛੇਦਰ ਕੋ ਮਾਨ ਸੁਦੈ। ਬੜੇ ਭਾਰੀ ਲੀਲਾ ਕਰਾਂਗੇ, ਕੌਤਕ ਕਰਾਂਗੇ। ਜਿਹੜਾ ਅੰਮ੍ਰਿਤਮਈ ਸਥਾਨ ਹੈ, ਇਸ ਸਥਾਨ ਦਾ ਚਾਰੇ ਪਾਸੇ ਫੈਲਾਓ ਕਰਾਂਗੇ। ਲੋਕਾਂ ਨੂੰ ਦੱਸਾਂਗੇ ਕਿ ਇਹ ਜਿਹੜਾ ਸਰੋਵਰ ਹੈ, ਇਹ ਅਕਾਲ ਪੁਰਖ ਦਾ ਸਰੋਵਰ ਹੈ ਭਾਈ, ਨਾਮ ਦਾ ਸਰੋਵਰ ਹੈ। ਇਹਦੀ ਤਾਂ ਮਹਿਮਾ ਜੁਗਾਂ ਜੁਗਾਂ ਤੱਕ ਹੈ। ਸਾਰਿਆਂ ਨੇ ਇਸ ਸਥਾਨ ਤੇ ਇਸ਼ਨਾਨ ਕੀਤੇ ਨੇ। ਇਹ ਥਾਂ ਦੀ ਮਹਿਮਾ ਹਰੇਕ ਨੇ ਕੀਤੀ ਹੈ। ਦੁਆਪਰ ਕ੍ਰਿਸ਼ਨ ਜਦੋਂ ਮੈਂ ਹੋਏ, ਜਦੋਂ ਦੁਆਪਰ ਵਿੱਚ ਕ੍ਰਿਸ਼ਨ ਰੂਪ ਹੋ ਕੇ ਜਾਦਵਾਂ ਦੀ ਕੁਲ ਦੇ ਵਿੱਚ ਰੂਪ ਧਾਰਨ ਕਰਾਂਗੇ। ਤੈ ਭਵਨ ਮਾਏ ਫਿਰੈ ਮਮ ਦੋਹੇ, ਤਿੰਨਾਂ ਭਵਨਾਂ ਦੇ ਵਿੱਚ ਸਾਡੀ ਦੋਹੀ ਫਿਰੇਗੀ ਉਸ ਵਕਤ। ਸਭ ਲੀਲਾ ਕਰ ਫਿਰ ਅਵਸਾਨੇ, ਫਿਰ ਸਾਰੀ ਲੀਲਾ ਕਰਕੇ ਅਵਸਾਨੇ ਤੋਂ ਭਾਵ ਅੰਤਮ ਸਮੇਂ ਆਪਣੇ। ਸੁਦਾ ਸਰੋਵਰ ਕ੍ਰਿਸ਼ਨ ਸਮਾਨ, ਸੋ ਉਸ ਵਕਤ ਕਹਿੰਦੇ ਕ੍ਰਿਸ਼ਨ ਰੂਪ ਹੋ ਕੇ ਸੁਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ। ਇਸੇ ਥਾਂ ਦੇ ਉੱਤੇ ਹੀ ਲੀਨ ਹੋ ਜਾਾਂਗੇ। ਫਿਰ ਕਲ ਯੁਗ ਸ਼੍ਰੀ ਚੰਦੈ ਤਾਤ, ਮਮ ਸਰੂਪ ਛਿਤਿਅਤ ਵਖਿਆਤ। ਫਿਰ ਅਕਾਲ ਪੁਰਖੋਂ ਆਵਾਜ਼ ਕੇ ਵਾਹਿਗੁਰੂ ਅਕਾਲ ਪੁਰਖ ਜਦੋਂ ਕਲਯੁਗ ਦੇ ਵਿੱਚ ਸ਼੍ਰੀ ਚੰਦ ਜੀ ਦੇ ਪਿਤਾ ਦੇ ਰੂਪ ਵਿੱਚ ਹੋ ਕੇ ਅਸੀਂ ਆਵਾਂਗੇ, ਅਕਾਲ ਪੁਰਖ ਕਹਿੰਦੇ, ਤਾਂ ਉਸ ਵਕਤ ਆ ਕੇ ਇਸ ਸਥਾਨ ਨੂੰ ਫੇਰ ਭਾਗ ਲਾਵਾਂਗੇ, ਫੇਰ ਪ੍ਰਗਟ ਕਰਾਂਗੇ। ਕੁਝ ਸਮਾਂ ਇਹ ਥਾਂ ਗੁਪਤ ਰਹੇਗਾ। ਇਹ ਇੱਕ ਹੋਰ ਸਾਖੀਆਂ ਵੀ ਆਉਣਗੀਆਂ, ਹਲੇ ਆਈਆਂ ਨਹੀਂ। ਉਹ ਫੇਰ ਇਹ ਪ੍ਰਗਟ ਕਰਨਗੇ ਵੀ ਇਹ ਕੁਝ ਸਮਾਂ ਸਥਾਨ ਜਿਹੜਾ ਗੁਪਤ ਰਹੇਗਾ। ਤ੍ਰੇਤੇ ਤੋਂ ਫਿਰ ਦੁਆਪਰ ਤੋਂ ਬਾਅਦ
4000 ਸਾਲ ਤੱਕ ਇਹ ਥਾਂ ਨੂੰ ਕੋਈ ਨਹੀਂ ਦੇਖੇਗਾ, ਇਹਨੂੰ ਐਵੇਂ ਸਮਝਣਗੇ ਜੰਗਲ ਜਿਹਾ ਹੀ ਐਵੇਂ। ਫਿਰ ਮਹਾਰਾਜ ਕਹਿੰਦੇ ਜਦ ਅਸੀਂ ਚੌਥੇ ਰੂਪ ਚ ਆਵਾਂਗੇ ਤਾਂ ਇਸ ਸਥਾਨ ਨੂੰ ਫਿਰ ਪ੍ਰਗਟ ਕਰਾਂਗੇ, ਪੰਜਵੇਂ ਰੂਪ ਵਿੱਚ ਇਹਨੂੰ ਆ ਕੇ ਪੱਕਾ ਕਰਾਂਗੇ, ਤਾਂ ਫਿਰ ਇੱਥੇ ਚਰਨ ਪਾਵਾਂਗੇ, ਗੁਰਬਾਣੀ ਦਾ ਪ੍ਰਵਾਹ ਚਲਾਵਾਂਗੇ, ਫਿਰ ਇੱਥੇ ਲੋਕ ਇਸ਼ਨਾਨ ਕਰਕੇ ਤਰਨਗੇ। ਦਸ ਉਹ ਚਤੁਰਦਸ਼ਾ ਵਪ ਧਰ ਕੇ 10 ਤੇ ਚਤੁਰਦਸ ਜਿਹੜੇ ਨੇ 14 24 ਅਵਤਾਰ ਇਹ ਵਿਸ਼ਨੂੰ ਜੀ ਹੁਣ ਕਹਿੰਦੇ 24 ਅਵਤਾਰ ਧਰਾਂਗੇ ਸ੍ਰਿਸ਼ਟੀ ਦੇ ਉੱਤੇ ਅਸੀਂ ਕੁੱਲ। ਸਿੰਧ ਖੇਤਰ ਜਸ ਮਹਾ ਪ੍ਰਚੁਰ ਕੈ ਇਹ ਸਿੰਧ ਖੇਤਰ ਦਾ ਜਿਹੜਾ ਨਾ ਆ ਕੇ ਪ੍ਰਕਾਸ਼ਮਾਨ ਕਰਾਂਗੇ 24ਵੇਂ ਅਵਤਾਰ ਦੇ ਜਦੋਂ ਆਵਾਂਗੇ। ਸੋ ਹਰਜੂ ਹਰਮੰਦਰ ਆਵਾਂਗੇ। ਸੋ ਇਸ ਕਰਕੇ ਉਸ ਵਕਤ ਆ ਕੇ ਸ੍ਰਿਸ਼ਟੀ ਉੱਤੇ ਜਦੋਂ ਬਹੁਤ ਪਾਪ ਵੱਧ ਜਾਣਗੇ, ਲੋਕ ਧਰਮ ਤੋਂ ਬੇਮੁਖ ਹੋ ਜਾਣਗੇ, ਸ੍ਰਿਸ਼ਟੀ ਬਿਲਕੁਲ ਹੀ ਜਦੋਂ ਐਨ ਧਰਮ ਦੀਆਂ ਮਰਿਆਦਾਵਾਂ ਦੀ ਉਲੰਘਣਾ ਕਰ ਦੇਵੇਗੀ, ਲੋਕ ਧਰਮ ਨੂੰ ਮੰਨਣੋਂ ਹੀ ਹਟ ਜਾਣਗੇ, ਤਾਂ ਪਹਿਲਾਂ ਆ ਕੇ ਫਿਰ ਅਸੀਂ ਸਾਰੀ ਸ੍ਰਿਸ਼ਟੀ ਦੇ ਉੱਤੇ ਧਰਮ ਨੂੰ ਚਲਾਵਾਂਗੇ, ਵਾਹਿਗੁਰੂ ਮੰਤਰ ਜਪਾਵਾਂਗੇ, ਆ ਕਰਕੇ ਸ੍ਰਿਸ਼ਟੀ ਨੂੰ ਵੱਡ ਪ੍ਰਤਾਪ ਕਰੋ ਇਹ ਧੰਮ ਇਸ ਸਥਾਨ ਦਾ ਵੱਡਾ ਪ੍ਰਤਾਪ ਫੇਰ ਵਧਾਵਾਂਗੇ, ਆ ਕਰਕੇ ਸ੍ਰਿਸ਼ਟੀ ਬੇਮੁਖਤਾ ਚ ਹੋ ਗਈ। ਹੁਣ ਲੋਕ ਇੱਧਰ ਉੱਧਰ ਜੇ ਕਿਤੇ ਪਾਣੀ ਨਿਕਲਿਆ ਵੇ ਮਾੜਾ ਜਿਹਾ ਸ਼ਿਮਲੇ ਨਿਕਲਿਆ ਪਾਣੀ ਅੱਗੇ ਗੋਡੇ ਠੀਕ ਹੋ ਜਾਂਦੇ, ਉੱਥੇ ਲੋਕ ਇੰਨੀਆਂ ਭਰ ਲਿਆਉਣ, ਹਰਮੰਦਰ ਸਾਹਿਬ ਦਾ ਨਾਂ ਹੀ ਛੱਡ ਦਿੱਤਾ। ਜੇ ਕਹਿੰਦੇ ਫਲਾਣੇ ਸੰਤ ਨੇ ਫਲਾਣੇ ਥਾਂ ਸਰੋਵਰ ਪ੍ਰਗਟ ਗਏ, ਉਧਰ ਨੂੰ ਲੋਕਾਂ ਨੇ ਧਾੜਾਂ ਸ਼ੁਰੂ ਕਰ ਲੀਆਂ। ਇਉਂ ਲੋਕਾਂ ਦੀ ਬੇਮੁਖਤਾ ਹੁਣੇ ਨਜ਼ਰ ਆਉਂਦੀ ਆ ਵੀ ਹਰਮੰਦਰ ਸਾਹਿਬ ਤੇ ਕਿੰਤੂ ਪਰੰਤੂ ਤੇ ਇਹਦੇ ਪਾਣੀ ਮੈਲਾ ਜੀ ਜੇ ਹੈ ਉਹ ਕਈ ਪ੍ਰਕਾਰ ਦੀਆਂ ਗੱਲਾਂ ਆਉਂਦੀਆਂ ਨੇ, ਪਰ ਇਸ ਗੱਲ ਉੱਤੇ ਸ਼ਰਧਾ ਨਿਸ਼ਚਾ ਭਰੋਸਾ ਨਹੀਂ ਰਿਹਾ। ਜਿੱਥੇ ਮਰਜੀ ਕੋਈ ਪਾਣੀ ਪੀ ਜਾਣ, ਉਹ ਤੇ ਕੋਈ ਕਿੰਤ ਨੂੰ ਹੋਟਲ ਵਾਲਿਆਂ ਤੋਂ ਪਾਣੀ ਪੀ ਲੈਂਦੇ ਲੈ ਕੇ, ਉਹਨੂੰ ਨਹੀਂ ਕੋਈ ਕਹਿੰਦੇ ਵੀ ਇਹ ਪਾਣੀ ਮਾੜਾ। ਹੋਰ ਥਾਂ ਦੇ ਉੱਤੇ ਆ ਹੋਰ ਗੜੀਆਂ ਗੰਦੀਆਂ ਚੀਜ਼ਾਂ ਪੀਂਦੇ ਨੇ, ਪਤਾ ਨਹੀਂ ਕੀ, ਸਾਰੀਆਂ ਦੀ ਗਿਣਤੀ ਲੈਣ ਦੀ ਲੋੜ ਹੀ ਨਹੀਂ ਆਪਾਂ ਨੂੰ। ਉਹਨੂੰ ਕੋਈ ਮਾੜਾ ਨਹੀਂ ਕਹਿੰਦਾ, ਸ਼ਰਾਬ ਨੂੰ ਕੋਈ ਮਾੜਾ ਕਹਿੰਦਾ, ਹਾਲਾਂਕਿ ਜਿੱਥੇ ਬਣਦੀ ਆ ਇਹ ਉੱਥੇ ਇੰਨੀ ਗੰਦਗੀ ਹੁੰਦੀ ਬਹੁਤ ਜ਼ਿਆਦਾ, ਉਹ ਤੇ ਕੋਈ ਕਿੰਤੂ ਨਹੀਂਗਾ, ਫਿਲਟਰ ਹੋ ਕੇ ਜੋ ਆਉਂਦੀ ਆ, ਇਸ ਕਰਕੇ ਪਤਾ ਹੀ ਨਹੀਂ ਲੱਗਦਾ। ਆ ਛਿਪਕਲੀਆਂ ਡਿੱਗੀਆਂ ਵਿੱਚ ਪਤਾ ਨਹੀਂ ਕਿਹੜੇ ਜਾਨਵਰ ਮਰੇ ਹੁੰਦੇ ਨੇ ਉੱਥੇ, ਉਹ ਉੱਥੋਂ ਹੀ ਬਣ ਆਈ ਜਾਂਦੀ ਆ, ਉਹਨੂੰ ਕਹਿੰਦੇ ਚੰਗੀ ਆ। ਤੇ ਜਿਹੜਾ ਸਰੋਵਰ ਦਾ ਜਲ ਹੈ ਇਹਨੂੰ ਕਹਿੰਦੇ ਮਾੜਾ। ਇਸ ਕਰਕੇ ਲੋਕਾਂ ਦੀ ਬੇਮੁਖਤਾ ਦੀ ਨਿਸ਼ਾਨੀ ਹੈ। ਜਦੋਂ ਫਿਰ ਸਾਰੇ ਲੋਕ ਬੇਮੁਖ ਹੋ ਜਾਣਗੇ, ਗਲਤ ਕੁਰੀਤੀਆਂ 'ਚ ਪੈ ਜਾਣਗੇ, ਤਾਂ ਫਿਰ ਕਹਿੰਦੇ ਅਸੀਂ 24ਵਾਂ ਅਵਤਾਰ ਧਾਰ ਕੇ ਸ੍ਰਿਸ਼ਟੀ ਦੇ ਉੱਤੇ ਪਾਪਾਂ ਦਾ ਨਾਸ਼ ਕਰਨ ਹਿਤ ਆਵਾਂਗੇ। ਵੱਡ ਪ੍ਰਤਾਪ ਕਰੋ ਇਹ ਧੰਮ ਤੀਨ ਲੋਕ ਮਣੀ ਅੰਮ੍ਰਿਤ ਨਾਮ ਤਿੰਨਾਂ ਲੋਕਾਂ ਦੇ ਵਿੱਚ ਸ਼੍ਰੋਮਣੀ ਅੰਮ੍ਰਿਤ ਸਥਾਨ ਫਿਰ ਪ੍ਰਗਟ ਕਰਾਂਗੇ, ਸਾਰਿਆਂ ਨੂੰ ਸ਼ਰਧਾ ਹੋ ਆਵੇਗੀ। ਉਸ ਵਕਤ ਸਾਰਿਆਂ ਨੂੰ ਸਮਝਾਵਾਂਗੇ ਭਾਈ ਇਹਦੇ ਨਾਲੋਂ ਵੱਡਾ ਕੋਈ ਸਥਾਨ ਨਹੀਂ ਹੈ ਹੋਰ। ਯੁਗ ਯੁਗ ਸੁਦਾ ਸਰੋਵਰ ਸੇਵ ਆਏ ਨਿਵਾਸ ਕਰੋ ਸੰਗ ਦੇਵ। ਯੁਗਾਂ ਜੁਗੰਤਰਾਂ ਤੱਕ ਇਹ ਅੰਮ੍ਰਿਤ ਸਰੋਵਰ ਜਦ ਤੱਕ ਧਰਤੀ ਰਹੇਗੀ, ਚੰਦ ਸਿਤਾਰੇ ਰਹਿਣਗੇ, ਜਦੋਂ ਤੱਕ ਮਹਾਪਰਲੋ ਨਹੀਂ ਆਉਂਦੀ। ਇੱਕ ਤਾਂ ਪਰਲੋ ਹੁੰਦੀ ਉਹ ਛੋਟੀ ਹੁੰਦੀ ਹੈ, ਸੋ ਮਹਾਪਰਲੋ ਵਿੱਚ ਜਦੋਂ ਬ੍ਰਹਿਮੰਡ ਹੀ ਨਾਸ ਹੋ ਜਾਂਦੇ ਨੇ, ਉਦੋਂ ਤੱਕ ਵਿਸ਼ਨੂੰ ਜੀ ਕਹਿੰਦੇ ਮੈਂ ਇੱਥੇ ਆਈ ਜਾਵਾਂਗਾ, ਦੇਵਤਿਆਂ ਦੇ ਸਮੇਤ ਇੱਥੇ ਨਿਵਾਸ ਕਰਾਂਗੇ, ਕਿਉਂਕਿ ਇਹ ਧਰਤੀ ਸਾਡੇ ਰਹਿਣ ਦੇ ਲਾਇਕ ਹੈ, ਪਵਿੱਤਰ ਹੈ, ਸਾਡਾ ਵੀ ਭਲਾ ਕਰਦੀ ਹੈ। ਇਉਂ ਸਾਰੇ ਜਾਣੇ ਆ ਕੇ ਪਵਿੱਤਰ ਰੂਹਾਂ ਵੀ ਦਰਸ਼ਨ ਕਰਦੀਆਂ ਹਨ। ਇਮ ਸੁਨ ਸੁਨ ਮਾਧਵ ਰਖਨੋ, ਇਉਂ ਸੁਣ ਕੇ ਮਾਧਵ ਰਿਸ਼ੀ ਆਪਣੇ ਮਨ ਦੇ ਅੰਦਰ ਬੜਾ ਪ੍ਰਸੰਨ ਹੁੰਦਾ ਵੀ ਕਿੰਨਾ ਵੱਡਾ ਸਥਾਨ ਹੈ ਇਹ। ਸੁਦਾ ਪਾਤਰ ਹਰ ਚਰਨ ਸਮਾਨੋ, ਸੋ ਸੁਦਾ ਪਾਤਰ, ਸੁਦਾ ਅੰਮ੍ਰਿਤ ਦੇ ਭਾਂਡੇ ਵਾਂਗੂ ਤੇ ਹਰੀ ਦੇ ਚਰਨਾਂ ਵਾਂਗ ਪਵਿੱਤਰ ਹੈ ਇਹ। ਪਾਤਰ ਸੰਗ ਮੁਨੀ ਸਜੀ ਸਮਾਦਾ, ਸੋ ਪਾਤਰ ਦੇ ਸੰਗ ਭਾਵ ਇਸ ਸਥਾਨ ਤੇ ਅੰਮ੍ਰਿਤਮਈ ਸਰੋਵਰ ਦੇ ਕਿਨਾਰੇ ਤੇ ਜਦੋਂ ਉਹਨੇ ਮਹਿਮਾ ਜਾਣੀ ਤਾਂ ਸਮਾਧਾਂ ਲੱਗ ਗਈਆਂ ਉਹਨਾਂ ਦੀਆਂ। ਆਪ ਸਥਾਪਨ ਕੀਓ ਅਗਾਦਾ, ਕਿਉਂਕਿ ਅਗਾਧ ਅਕਾਲ ਪੁਰਖ ਵਾਹਿਗੁਰੂ ਨੇ ਇਸ ਸਥਾਨ ਨੂੰ ਆਪ ਸਥਾਪਨ ਕੀਤਾ ਹੈ। ਕਰ ਸਥਾਪਨ ਚਲੇ ਮੁਰਾਰੀ ਜੀ ਫਿਰ ਵਾਹਿਗੁਰੂ ਅਕਾਲ ਪੁਰਖ ਸਥਾਪਨ ਕਰਕੇ ਗੁਪਤ ਰੂਪ ਦੇ ਵਿੱਚ ਸਥਾਨ ਨੂੰ ਚੱਲੇ ਹਨ। ਤਬ ਮਾਧਵ ਰਿਖੀ ਗਿਰਾ ਉਚਾਰੇ, ਤਾਂ ਮਾਧਵ ਰਿਖੀ ਨੇ ਇਸ ਤਰ੍ਹਾਂ ਫਿਰ ਬੇਨਤੀ ਕੀਤੀ, ਮੋਏ ਕਬ ਬਹੁਰ ਦਰਸ ਪ੍ਰਵਦੈ ਹੋ,
ਤੇ ਪ੍ਰਭੂ ਮੈਂ ਤਾਂ ਹੁਣ ਇੱਥੇ ਸਮਾਧੀ ਲਾ ਕੇ ਬੈਠ ਜਾਵਾਂਗਾ, ਪਰ ਇਹ ਦੱਸੋ ਵੀ ਫੇਰ ਦਰਸ਼ਨ ਕਦੋਂ ਦਿਓਗੇ ਮੈਨੂੰ? ਭਵ ਮੋਚਨ ਪਦ ਕੀ ਅਬ ਜੈ ਹੋ। ਸੋ ਜਿਹੜਾ ਸੰਸਾਰ ਸਾਗਰ ਦੇ ਦੁੱਖਾਂ ਨੂੰ ਕੱਟਣ ਵਾਲਾ ਤੁਹਾਡੇ ਚਰਨਾਂ ਦੀ ਸੱਚੇ ਪਾਤਸ਼ਾਹ ਜੈ ਹੋਵੇ, ਜੈ ਹੋਵੇ। ਕਹਿਓ ਤ੍ਰਿਲੋਕੇਸ਼ਰ ਰੁਚ ਬਾਨੀਏ, ਕਲ ਜੁਗ ਵਪ ਹੈ ਸਾਰੰਗ ਪਾਨੇ। ਵਿਸ਼ਨੂੰ ਜੀ ਕਹਿਣ ਲੱਗੇ ਹੁਣ ਅਸੀਂ ਤੈਨੂੰ ਕਦੋਂ ਦਰਸ਼ਨ ਦੇਵਾਂਗੇ ਪਤਾ? ਜਦੋਂ ਆਪ ਪਰਮੇਸ਼ਰ ਰੂਪ ਧਾਰਨ ਕਰਕੇ ਆਉਣਗੇ ਨਾ, ਪਹਿਲੇ ਰੂਪ ਦੇ ਵਿੱਚ, ਦੂਜੇ ਰੂਪ ਦੇ ਵਿੱਚ, ਜਦੋਂ 10 ਰੂਪ ਧਾਰਨ ਕਰਾਂਗੇ ਉਦੋਂ ਅਸੀਂ ਸਾਰੇ ਨਾਲ ਹੀ ਹੋਵਾਂਗੇ ਜਦੋਂ ਪਰਮੇਸ਼ਰ ਆਉਣਗੇ। ਕਿਉਂਕਿ ਜਦੋਂ ਵਾਹਿਗੁਰੂ ਆਪ ਆਉਂਦੇ ਨੇ ਉਦੋਂ ਕਿਸੇ ਦੀ ਕੀ ਮਜਾਲ ਹੈ ਕਿ ਨਾ ਆਵੇ ਨਾਲ। ਇਸ ਕਰਕੇ ਉਹ ਸਾਰਿਆਂ ਨੂੰ ਤਾਂ ਫਿਰ ਸੇਵਾਦਾਰ ਹੀ ਨਹੀਂ ਨਾ ਮਹਾਰਾਜ ਦੇ, ਇਹ ਸੇਵਾਦਾਰ ਰੂਪ ਹੋ ਕੇ ਨਾਲ ਹੀ ਆ ਜਾਾਂਗੇ ਅਸੀਂ, ਫਿਰ ਦਰਸ਼ਨ ਦੇਵਾਂਗੇ ਤੈਨੂੰ। ਯੁਗ ਉਹ ਬਾਣ ਤਰੈ ਅਵਤਾਰਾ, ਤਬ ਤੁਮ ਕੋ ਦੇਉ ਦਰਸਾਰਾ। ਉਹ ਯੁਗ ਆਓ ਬਾਣ ਤੋਂ ਭਾਵ ਜਦੋਂ 10 ਸਰੂਪ ਧਰਾਂਗੇ, ਬਾਣ 5, ਇਹ ਦੋਹੀਆਂ ਚੀਜ਼ਾਂ ਸੰਕੇਤੀ ਅਰਥ ਹੈ। ਇਹ ਬਾਣ 5 ਇਹਦਾ ਭਾਵ ਕੀ ਹੈ? ਜਿਹੜਾ ਕਾਮ ਹੈ ਨਾ, ਕਾਮ ਦੇ 5 ਤੀਰ ਨੇ, ਤੇ 5 ਤੀਰ ਦੇ ਯੁੱਗ ਤੋਂ ਭਾਵ 2 ਨਾਲ ਜਰਬ ਕਰ ਲਓ। ਇਹ ਕਵੀ ਜੀ ਨੇ ਆਪਣੇ ਵੱਲੇ ਲਿਖਿਆ, ਕਹਿੰਦੇ 5 ਦੂਣੀ 10। ਜਦੋਂ 10 ਰੂਪ ਧਾਰਨ ਕਰਾਂਗੇ, ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ 10 ਸਰੂਪ ਸ੍ਰਿਸ਼ਟੀ ਤੇ ਧਾਰਾਂਗੇ,